हेलो एवरीवन, दिस इज करमवीर सिंह मान फ्रॉम यूट्यूब चैनल आयल्स विद करमवीर। ਅੱਜ ਦਾ ਰਾਜੇ ਮੇਰੀ ਇਸ ਵੀਡੀਓ ਦਾ ਟੌਪਿਕ ਆ ਆਇਲਸ ਦੇ ਵਿੱਚ ਗ੍ਰਾਮਰ ਨੂੰ ਵਰਬਸ ਜਿਹੜੇ ਆਪਣੇ ਵਰਬ ਦੀਆਂ ਫਾਰਮਸ ਹੁੰਦੀਆਂ ਨੇਗੀਆਂ ਕੈਨ ਕੁਡ ਸ਼ੁੱਡ ਜਿਹੜੇ ਇਦਾਂ ਦੇ ਵਰਡਸ ਨੇਗੇ ਉਹਨਾਂ ਨੂੰ ਆਪਾਂ ਕਿੱਦਾਂ ਇੱਕ ਆਇਲਸ ਦੀ ਸਪੀਕਿੰਗ ਦੇ ਵਿੱਚ ਕਿੱਦਾਂ ਉਹਨੂੰ ਸੈਂਟੈਂਸ ਰਾਈਟਿੰਗ ਦੇ ਵਿੱਚ ਉਹਨਾਂ ਦੀ ਆਪਾਂ ਪ੍ਰੋਪਰ ਯੂਜ਼ ਕਰ ਸਕਦੇ ਹਾਂ। ਬਹੁਤ ਸਾਰੇ ਬੱਚਿਆਂ ਦੀਆਂ ਪ੍ਰੋਬਲਮਸ ਨੇ ਕਿ ਸਰ ਸਾਨੂੰ ਵਰਬਸ ਨਹੀਂ ਯੂਜ਼ ਕਰਨੇ ਆਉਂਦੇ, ਵਰਬਸ ਦੀਆਂ ਪ੍ਰੋਪਰ ਫਾਰਮਸ ਨਹੀਂ ਯੂਜ਼ ਕਰਨੀਆਂ ਆਉਂਦੀਆਂ, ਸਾਨੂੰ ਸਟਰਕਚਰ ਨਹੀਂ ਪਤਾ ਵੀ ਅਸੀਂ ਕਿੱਥੇ ਉਹਨੂੰ ਪ੍ਰੋਪਰ ਵੇ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਪਰ ਦੇਖੋ ਰਾਜੇ ਇੱਕ ਆਪਣੇ ਕੋਲੇ ਵਰਡ ਨੇਗੇ ਮੇਨਲੀ ਵਰਡਸ ਜਿਹੜੇ ਅੱਜ ਅਸੀਂ ਵੀਡੀਓ ਦੇ ਵਿੱਚ ਕਰਾਂਗੇ ਕੈਨ ਕੁਡ ਸ਼ੁੱਡ ਮਸਟ ਮਾਈਟ ਇਦਾਂ ਦੇ ਵਰਡਸ ਨੇਗੇ ਜਿਨ੍ਹਾਂ ਦੇ ਪ੍ਰੋਪਰ ਮੀਨਿੰਗ ਪੰਜਾਬੀ ਦੇ ਵਿੱਚ ਦੱਸ ਕੇ ਉਹਨਾਂ ਨੂੰ ਤੁਹਾਨੂੰ ਯੂਜ਼ ਕਰਨਾ ਸਿਖਾਇਆ ਜਾਊਗਾ ਕਿ ਕਿਵੇਂ ਕਿਸੇ ਵਰਡ ਨੂੰ ਆਪਾਂ ਯੂਜ਼ ਕਰਕੇ ਕਿਹੜੀ ਵਰਬ ਦੀ ਫਾਰਮ ਲਾ ਕੇ ਪ੍ਰੈਜ਼ੈਂਟ ਦੇ ਵਿੱਚ ਸੈਂਟੈਂਸ ਬਣ ਸਕਦਾ, ਕਿਹੜੀ ਫਾਰਮ ਲਾ ਕੇ ਪਾਸਟ ਦੇ ਵਿੱਚ ਸੈਂਟੈਂਸ ਬਣ ਸਕਦਾ। ਸੋ ਇਹ ਮੋਸਟ ਇੰਪੋਰਟੈਂਟ ਚੀਜ਼ ਹੈ ਰਾਜੇ ਬਿਕਾਜ਼ ਜੇ ਆਪਣੀ ਵਰਬ ਦੀ ਫਾਰਮ ਹੀ ਗਲਤ ਹੋਊਗੀ, ਆਪਣਾ ਵਰਡ ਹੀ ਗਲਤ ਹੋਊਗਾ ਤਾਂ ਆਪਣੇ ਬੈਂਡ ਸਕੋਰ ਨੇ ਜਿਹੜੇ ਉਹ ਡਿਡਕਟ ਹੋਣਗੇ ਹੀ ਹੋਣਗੇ। ਸੋ ਇਸ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਕਿ ਕਿੱਦਾਂ ਆਪਾਂ ਕਿਹੜੇ ਵਰਡ ਦਾ ਕਿਹੜੇ ਕੈਨ, ਜੇ ਆਪਾਂ ਕੈਨ ਯੂਜ਼ ਕਰਨਾ ਤਾਂ ਉਹਦਾ ਕਿਹੜਾ ਸਟਰਕਚਰ ਆ, ਆਪਾਂ ਕੁਡ ਯੂਜ਼ ਕਰਾਂਗੇ ਤਾਂ ਉਹਦਾ ਕਿਹੜਾ ਸਟਰਕਚਰ ਆ, ਕੋਈ ਆਪਾਂ ਪੋਜ਼ਿਟਿਵ ਸੈਂਟੈਂਸ ਬਣਾਉਣਾ ਤਾਂ ਉਹਦਾ ਕਿਹੜਾ ਵੇ ਆ, ਨੈਗੇਟਿਵ ਬਣਾਉਣਾ ਉਹਨੂੰ ਕਿਸ ਵੇ ਦੇ ਨਾਲ ਬਣਾ ਸਕਦੇ ਆ, ਇੰਟਰੋਗੇਟਿਵ ਮੀਨਿੰਗ ਕੀ ਹੁੰਦਾ ਰਾਜੇ ਕੁਐਸਚਨ ਮਾਰਕ, ਜੇ ਕਿਸੇ ਨੂੰ ਆਪਾਂ ਕੁਐਸਚਨ ਕਰਨਾ ਤਾਂ ਉਹਨੂੰ ਆਪਾਂ ਕਿਸ ਵੇ ਦੇ ਵਿੱਚ ਕਿਹੜੇ ਵਰਬ ਦੀ ਫਾਰਮ ਲਾਉਣੀ ਆ, ਕਿਹੜਾ ਆਪਾਂ ਵਰਡ ਲਾਉਣਾਗਾ, ਕਿੱਦਾਂ ਉਹਨਾਂ ਨੂੰ ਆਪਾਂ ਕੁਐਸਚਨ ਪੁੱਟ ਆਊਟ ਕਰ ਸਕਦੇ ਹਾਂਗੇ। ਸੋ ਇਹ ਵੀਡੀਓ ਦੇ ਵਿੱਚ ਰਾਜੇ ਪੰਜਾਬੀ ਦੇ ਵਿੱਚ ਪ੍ਰੋਪਰ ਤੁਹਾਨੂੰ ਵਰਡਸ ਦੇ ਮੀਨਿੰਗ ਦੱਸ ਕੇ ਤੁਹਾਨੂੰ ਉਹਨਾਂ ਦਾ ਸਟਰਕਚਰ ਦੱਸ ਕੇ ਵੀ ਕਿੱਥੇ ਕਿਹੜਾ ਸਟਰਕਚਰ ਯੂਜ਼ ਹੋਊਗਾ, ਪ੍ਰੋਪਰ ਤੁਹਾਨੂੰ ਇੱਕ ਵਰਡ ਦੇ ਤੇ ਇੱਕ ਜਿਹੜਾ ਕੈਨ ਯੂਜ਼ ਕੀਤਾ ਤਾਂ ਉਹਦੇ 3-3 4-4 ਸੈਂਟੈਂਸ ਤੁਹਾਨੂੰ ਮੈਂ ਬਣਾ ਕੇ ਦਿਖਾਊਂਗਾ। ਐਂਡ ਆਈ ਐਮ ਸ਼ੋਰ ਕਿ ਇਸ ਤੋਂ ਬਾਅਦ ਇਹ ਵੀਡੀਓ ਦੇਖਣ ਤੋਂ ਬਾਅਦ ਇਹਨੂੰ ਪ੍ਰੋਪਰ ਫੋਲੋ ਕਰਨ ਤੋਂ ਬਾਅਦ ਤੁਹਾਡੇ ਗ੍ਰਾਮੈਟੀਕਲ ਐਰਰ ਬਹੁਤ ਜ਼ਿਆਦਾ ਘਟ ਜਾਣਗੇ। ਸਾਰੇ ਤਾਂ ਨਹੀਂ ਮੈਂ ਕਹਿ ਸਕਦਾ ਬਟ ਜੇ ਤੁਸੀਂ ਪ੍ਰੋਪਰਲੀ ਇਹਨੂੰ ਐਗਜ਼ਾਮਿਨ ਕਰਕੇ ਦੇਖ ਕੇ ਟਰਾਈ ਕਰੋਗੇ ਤਾਂ ਤੁਹਾਡੇ ਜਿਹੜੇ ਬਹੁਤ ਸਾਰੇ ਡਾਊਟਸ ਨੇ ਉਹਨਾਂ ਨੂੰ ਕਲੀਅਰੈਂਸ ਮਿਲੂਗੀ ਤੇ ਤੁਸੀਂ ਈਜ਼ੀਲੀ ਆਪਣੀ ਆਇਲਸ ਦੇ ਵਿੱਚ ਵਧੀਆ ਸਕੋਰ ਕਰ ਸਕਦੇ ਹੋਗੇ। ਕਿਊ ਕਾਰਡ ਦੇ ਵਿੱਚ ਵੀ ਆਪਣੇ ਵਰਡ ਯੂਜ਼ ਹੁੰਦੇ ਨੇ, ਵਰਬ ਦੀ ਫਾਰਮ ਬਹੁਤ ਇੰਪੋਰਟੈਂਟ ਆ ਕਿ ਪ੍ਰੈਜ਼ੈਂਟ ਦੀ ਲੱਗੂਗੀ, ਪਾਸਟ ਦੀ ਲੱਗੂ, ਪਹਿਲੀ ਫਾਰਮ ਲੱਗੂ, ਦੂਜੀ ਲੱਗੂ ਜਾਂ ਤੀਜੀ ਲੱਗੂ, ਕਿੱਥੇ ਆਪਣੀ ING ਲੱਗੂ, ਕਿੱਥੇ ED ਲੱਗੂ, ਜੋ ਵੀ ਰਾਜੇ ਤੁਹਾਡੇ ਡਾਊਟਸ ਨੇ ਸਾਰੇ ਇਸ ਵੀਡੀਓ ਦੇ ਵਿੱਚ ਮੈਂ ਅੱਜ ਕਲੀਅਰ ਕਰੂੰਗਾ। ਸੋ ਮੂਵ ਔਨ ਟੂ ਸਲਾਈਡਸ। ਆਪਾਂ ਅੱਜ ਸਲਾਈਡਸ ਦੇਖਦੇ ਹਾਂਗੇ ਕਿ ਕਿੱਦਾਂ ਆਪਾਂ ਕਿਹੜੇ ਵਰਡ ਨੂੰ ਕਿੱਥੇ ਪ੍ਰੋਪਰ ਵੇ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਸੋ ਸਲਾਈਡਸ ਤੇ ਧਿਆਨ ਦਿਓ। ਹਾਂਜੀ ਬੱਚੇ, ਅੱਜ ਦਾ ਆਪਣਾ ਟੌਪਿਕ ਸੀਗਾ ਕਿ ਆਪਾਂ ਸਪੀਕਿੰਗ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੇ ਵਰਡਸ ਨੇਗੇ ਕੈਨ ਵਰਡ ਹੋ ਗਿਆ ਜਾਂ ਕੋਈ ਵੀ ਆਪਣੇ ਜਿਹੜੇ ਵਰਬ ਨੇਗੇ ਕਿੱਦਾਂ ਆਪਾਂ ਸੈਂਟੈਂਸ ਮੇਕਿੰਗ ਬਣਾਉਣੀ ਆ ਪ੍ਰੋਪਰ। ਸੋ ਅੱਜ ਆਪਣੇ ਵਰਡਸ ਨੇਗੇ ਦੇਖੋ ਧਿਆਨ ਨਾਲ ਦੇਖਣਾ, ਆਪਾਂ ਇਹਨਾਂ ਵਰਡਸ ਨੂੰ ਸਿੱਖਾਂਗੇ ਕਿ ਇਹਨਾਂ ਨੂੰ ਕਿੱਥੇ ਕਿਵੇਂ ਪ੍ਰੋਪਰ ਵੇ ਦੇ ਵਿੱਚ ਰਾਈਟ ਵੇ ਦੇ ਵਿੱਚ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂਗੇ। ਸੋ ਪਹਿਲਾ ਵਰਡ ਦੇਖੋ ਕੀ ਆ ਕੈਨ ਦਾ ਮੀਨਿੰਗ ਕੀ ਹੁੰਦਾ ਬੱਚੇ? ਕੈਨ ਨੂੰ ਕਹਿ ਦਿੰਦੇ ਆ ਕੋਈ ਕੰਮ ਕਰ ਸਕਦਾ ਹਾਂ, ਮੇਰੇ ਤੇ ਲਗਾ ਲਓ ਵੀ ਮੈਂ ਕੋਈ ਕੰਮ ਕਰ ਸਕਦਾਗਾ। ਦੈਨ ਕੁਡ ਦਾ ਮੀਨਿੰਗ ਕੀ ਹੋ ਗਿਆ? ਸਕਦਾ ਸੀ, ਜੋ ਕਿ ਪਾਸਟ ਦੇ ਵਿੱਚ ਆ ਗਿਆ। ਆਈ ਕੁਡ ਡੂ ਦੈਟ ਵਰਕ, ਵੀ ਮੈਂ ਉਹ ਕੰਮ ਕਰ ਸਕਦਾ ਸੀ। ਮੇ ਦਾ ਮੀਨਿੰਗ ਕੀ ਹੁੰਦਾ ਬੱਚੇ? ਸ਼ਾਇਦ, ਵੀ ਮੈਂ ਸ਼ਾਇਦ ਉਹ ਕੰਮ ਕਰ ਸਕਦਾ ਸੀ ਜਾਂ ਸ਼ਾਇਦ ਮੈਂ ਪੜ੍ਹ ਸਕਦਾ ਸੀ, ਸ਼ਾਇਦ ਮੈਂ ਇੰਗਲਿਸ਼ ਸਿੱਖ ਸਕਦਾ ਸੀ। ਮਾਈਟ ਦਾ ਮੀਨਿੰਗ ਕੀ ਹੁੰਦਾ? ਸ਼ਾਇਦ ਹੀ, ਵੀ ਪੱਕਾ ਨਹੀਂ ਸੀਗਾ, ਬਿਲਕੁਲ ਘੱਟ ਕੌਨਫੀਡੈਂਸ ਸੀਗਾ, ਸ਼ਾਇਦ ਹੀ, ਵੀ ਮੈਂ ਉਹ ਕੰਮ ਸ਼ਾਇਦ ਹੀ ਕਰ ਸਕਦਾ ਸੀ। ਆਈ ਮਾਈਟ ਰੀਡ, ਵੀ ਮੈਂ ਸ਼ਾਇਦ ਹੀ ਪੜ੍ਹ ਸਕਦਾ ਸੀਗਾ। ਮਸਟ ਦਾ ਮੀਨਿੰਗ ਹੁੰਦਾ ਹੈਗਾ ਪੱਕਾ ਮੀਨਿੰਗ ਕੀ? ਵੀ ਮੈਂ ਪੱਕਾ ਇਹ ਕੰਮ ਕਰ ਸਕਦਾ ਸੀ ਜਾਂ ਪੱਕਾ ਇਹ ਕੰਮ ਕਰ ਸਕਦਾ ਹਾਂ। ਸ਼ੁੱਡ ਦਾ ਮੀਨਿੰਗ ਕੀ ਹੁੰਦਾ? ਵੀ ਚਾਹੀਦਾ ਸੀ, ਵੀ ਮੈਨੂੰ ਇਹ ਕੰਮ ਕਰਨਾ ਚਾਹੀਦਾ ਸੀਗਾ। ਆਈ ਸ਼ੁੱਡ ਰੀਡ, ਮੈਨੂੰ ਰੀਡ ਕਰਨਾ ਚਾਹੀਦਾ ਸੀ। ਡੇਅਰ ਟੂ, ਮੇਰੇ 'ਚ ਹਿੰਮਤ ਆ, ਵੀ ਆਈ ਡੇਅਰ ਟੂ ਸਪੀਕ ਇੰਗਲਿਸ਼, ਵੀ ਮੇਰੇ 'ਚ ਹਿੰਮਤ ਆ, ਮੈਂ ਇੰਗਲਿਸ਼ ਬੋਲ ਸਕਦਾਗਾ। ਟਰਾਈ ਟੂ, ਕੋਸ਼ਿਸ਼ ਕਰਦਾਗਾ, ਆਈ ਟਰਾਈ ਟੂ ਸਪੀਕ ਇੰਗਲਿਸ਼, ਆਈ ਟਰਾਈ ਟੂ ਰਾਈਟ ਇੰਗਲਿਸ਼, ਵੀ ਮੈਂ ਟਰਾਈ ਕਰਦਾਗਾ। ਨੀਡ ਟੂ ਦਾ ਮੀਨਿੰਗ ਕੀ ਹੋ ਗਿਆ? ਵੀ ਜ਼ਰੂਰਤ ਆ ਮੈਨੂੰ ਉਹ ਚੀਜ਼ ਦੀ। ਆਈ ਨੀਡ ਟੂ ਡੂ ਸਟੱਡੀ, ਆਈ ਨੀਡ ਟੂ ਡੂ ਰੀਡਿੰਗ, ਠੀਕ ਹੈ ਜੀ। ਹੈਵ ਟੂ, ਵੀ ਮੈਨੂੰ ਪੈਂਦਾਗਾ, ਕਰਨਾ ਹੀ ਪੈਂਦਾ। ਆਈ ਹੈਵ ਟੂ ਰੀਡ, ਆਈ ਹੈਵ ਟੂ ਸਟੱਡੀ, ਆਈ ਹੈਵ ਟੂ ਵਰਕ। ਉਦੋਂ ਬਾਅਦ ਆਉਂਦਾ ਰਾਜੇ ਜਿਹੜਾ ਆਪਾਂ ਪ੍ਰੈਜ਼ੈਂਟ ਦੇ ਵਿੱਚ ਬੋਲਦਾ ਆਈ ਲਵ ਟੂ, ਆਈ ਲਾਈਕ ਟੂ, ਆਈ ਐਮ ਫੌਂਡ ਆਫ। ਇਹਨਾਂ ਦੇ ਰੀਫਰੇਜ਼ ਕਰਕੇ ਆਪਾਂ ਬੋਲ ਸਕਦੇ ਹਾਂ ਵੀ ਜੋ ਆਪਾਂ ਨੂੰ ਕੋਈ ਕਹਿੰਦਾ ਡੂ ਯੂ ਲਾਈਕ ਰੀਡਿੰਗ, ਯੈਸ ਆਈ ਲਵ ਟੂ ਡੂ ਰੀਡਿੰਗ। ਇਹ ਵਰਡਸ ਹੁੰਦੇ ਰਾਜੇ ਪ੍ਰੋਪਰ। ਇਹਨਾਂ ਦਾ ਹੁਣ ਸਟਰਕਚਰ ਕੀ ਹੁੰਦਾ ਹੈਗਾ? ਸਟਰਕਚਰ ਧਿਆਨ ਨਾਲ ਦੇਖ ਲਓ। ਜਿੱਥੇ ਵੀ ਇਹ ਵਰਡਸ ਲੱਗਣਗੇ ਤਾਂ ਹਮੇਸ਼ਾ ਮੰਨ ਲਓ ਆਪਾਂ ਕੈਨ ਦਾ ਲਾ ਕੇ ਦੇਖ ਦਾਂਗੇ ਪ੍ਰੈਜ਼ੈਂਟ ਦਾ। ਆਈ ਕੈਨ ਵਰਬ ਦੀ ਫਸਟ ਫਾਰਮ ਲਾ ਲਓ ਇੱਥੇ। ਆਈ ਕੈਨ ਰੀਡ, ਮੈਂ ਆਪਣੇ ਉੱਪਰ ਲਗਾ ਲਿਆ ਆਈ ਕੈਨ ਰੀਡ। ਇਸੇ ਦਾ ਨੈਗੇਟਿਵ ਕੀ ਬਣ ਗਿਆ? ਆਈ ਕੈਨ ਨਾਟ ਰੀਡ,
ਉਸ ਤੋਂ ਬਾਅਦ ਯੂ ਮਤਲਬ ਤੁਸੀਂ, ਯੂ ਕੈਨ ਰੀਡ ਤੁਸੀਂ ਪੜ੍ਹ ਸਕਦੇ ਹੋ, ਯੂ ਕੈਨ ਨਾਟ ਰੀਡ ਤੁਸੀਂ ਨਹੀਂ ਪੜ੍ਹ ਸਕਦੇ। ਅੱਗੇ ਹੀ ਕੈਨ ਰੀਡ ਉਹ ਪੜ੍ਹ ਸਕਦਾ ਹੈ, ਹੀ ਕੈਨ ਨਾਟ ਰੀਡ ਉਹ ਨਹੀਂ ਪੜ੍ਹ ਸਕਦਾ ਹੈ। ਸੋ ਇਹ ਸਟਰਕਚਰ ਆ ਰਾਜੇ ਇਹਨਾਂ ਦਾ ਕਿ ਕੈਨ ਨੂੰ ਕਿੱਥੇ ਯੂਜ਼ ਕਰਨਾ, ਤੇ ਜਿਹੜੇ ਆ ਨੀਚੇ ਮੇਰੇ ਆ ਯੈਲੋ ਦੇ ਵਿੱਚ ਤੁਹਾਨੂੰ ਹਾਈਲਾਈਟ ਕੀਤੇ ਦਿਖ ਰਿਹਾ, ਇਹ ਹੁੰਦੇ ਨੇ ਇੰਟਰੋਗੇਟਿਵ ਸੈਂਟੈਂਸ। ਵੀ ਕੈਨ ਨੂੰ ਜਦੋਂ ਆਪਾਂ ਕਿਸੇ ਨੂੰ ਕੁਐਸਚਨ ਪੁੱਟ ਕਰਨਾ ਤਾਂ ਆਪਾਂ ਕੈਨ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ, ਇਹ ਵਰਡਸ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂਗੇ। ਸੋ ਬੱਚੇ ਧਿਆਨ ਨਾਲ ਦੇਖੋ, ਹੁਣ ਇਹ ਵਰਡਸ ਨੂੰ ਆਪਾਂ ਯੂਜ਼ ਕਰਾਂਗੇ। ਇਹਨਾਂ ਦਾ ਸਟਰਕਚਰ ਤੁਸੀਂ ਦੇਖ ਲਿਆ ਕਿ ਫਰਸਟ ਫਾਰਮ ਲੱਗਦੀ ਹੈ ਕਿ ਨੈਗੇਟਿਵ ਦੇ ਵਿੱਚ ਨਾਟ ਲੱਗਦਾਗਾ, ਜਿਹੜਾ ਇੰਟਰੋਗੇਟਿਵ ਆ ਉਹਦੇ ਵਿੱਚ ਕੈਨ ਜਾਂ ਕੁਡ ਸ਼ੁੱਡ ਜੋ ਵੀ ਆ ਉਹ ਅੱਗੇ ਆ ਸਕਦਾਗਾ। ਠੀਕ ਹੈ, ਹੁਣ ਇਹਨਾਂ ਦੇ ਵਿੱਚ ਦੇਖੋ ਰਾਜੇ ਇਹ ਵਰਡਸ ਨੇ, ਆਪਾਂ ਇਹ ਦੇਖਦੇ ਆਂਗੇ। ਪਹਿਲਾਂ ਦੇਖੋ ਕਹਿਣ ਦਾ ਪੋਜ਼ਿਟਿਵ ਕੀ ਸੀਗਾ, ਤੁਸੀਂ ਲਗਾਇਆ ਸੀਗਾ ਆਈ, ਮਤਲਬ ਆਪਣੇ ਉੱਪਰ ਲਗਾਇਆ ਸੀਗਾ, ਮੈਂ ਆਪਣੇ ਉੱਪਰ ਲਗਾ ਲਿਆ। ਇਹ ਚ ਕੀ ਆ ਜਾਊਗਾ, ਆਈ ਕੈਨ ਰੀਡ ਮੈਂ ਰੀਡ ਕਰ ਸਕਦਾਗਾ। ਠੀਕ ਹੈ ਜੀ, ਹੋਰ ਇਹਦੇ ਚ ਕੀ ਬੋਲ ਸਕਦੇ ਹੋ, ਆਈ ਕੈਨ ਸਟੱਡੀ। ਹੁਣ ਇੱਥੇ ਕਿਸੇ ਹੋਰ ਨੂੰ ਬੋਲਣਾ, ਹੀ ਕੈਨ ਸਟੱਡੀ, ਯੂ ਕੈਨ ਸਟੱਡੀ। ਠੀਕ ਹੈ ਜੀ, ਇਹਦੇ ਚ ਆਪਾਂ ਬੋਲ ਸਕਦੇ ਹੁਣ ਇਹੀ ਸੈਂਟੈਂਸ ਨੇ ਜਿਹੜੇ ਆਪਾਂ ਜਿਹਨਾਂ ਨੂੰ ਨੈਗੇਟਿਵ ਲਿਖਣਾ ਹੋਵੇ, ਆਈ ਕੈਨ ਨਾਟ ਰੀਡ ਮੈਂ ਨਹੀਂ ਰੀਡ ਕਰ ਸਕਦਾ। ਠੀਕ ਹੈ, ਹੁਣ ਨਹੀਂ ਸਟੱਡੀ ਕਰ ਸਕਦਾ, ਆਈ ਕੈਨ ਨਾਟ ਸਟੱਡੀ। ਠੀਕ ਹੈ ਬੱਚੇ, ਵੀ ਮੈਂ ਸਟੱਡੀ ਨਹੀਂ ਕਰ ਸਕਦਾ ਹੈਗਾ। ਹੁਣ ਇਹਦੇ ਚ ਆ ਗਿਆ ਆਈ ਕੈਨ ਨਾਟ ਸਟੱਡੀ। ਹੁਣ ਦੇਖੋ ਇਹਨਾਂ ਦੇ ਵਿੱਚ ਸਿੰਪਲ ਆਪਾਂ ਨਾਟ ਲਾ ਦੇਣਾ ਹਰੇਕ ਦੇ ਵਿੱਚ, ਹੀ ਕੈਨ ਨਾਟ ਸਟੱਡੀ। ਹੁਣ ਇੱਥੇ ਦੇਖ ਲਓ ਇਹਨੂੰ ਆਪਾਂ ਕਿੱਦਾਂ ਯੂਜ਼ ਕਰਾਂਗੇ। ਪਹਿਲਾਂ ਆਪਣਾ ਕੀ ਸੀਗਾ, ਹੀ ਕੈਨ ਸਟੱਡੀ। ਹੁਣ ਇਹਦੇ ਵਿੱਚ ਆਪਾਂ ਸੇਮ ਨੈਗੇਟਿਵ ਕੀ ਕਹਿ ਸਕਦੇ ਹਾਂ, ਹੀ ਕੈਨ ਨਾਟ ਸਟੱਡੀ। ਠੀਕ ਹੈ ਜੀ, ਹੁਣ ਨੈਕਸਟ ਸੀਗਾ ਯੂ ਕੈਨ ਸਟੱਡੀ। ਇਹਦੇ ਵਿੱਚ ਕੀ ਬੋਲ ਸਕਦਾ ਨੈਗੇਟਿਵ, ਯੂ ਕੈਨ ਨਾਟ ਸਟੱਡੀ ਵੀ ਤੁਸੀਂ ਸਟੱਡੀ ਨਹੀਂ ਕਰ ਸਕਦੇ। ਹੁਣ ਇਹਨਾਂ ਵਰਡਸ ਨੂੰ ਦੇਖੋ ਰਾਜੇ, ਜੇ ਆਪਾਂ ਇੰਟਰੋਗੇਟਿਵ ਦੇ ਵਿੱਚ ਮਤਲਬ ਕੁਐਸਚਨਿੰਗ ਦੇ ਫਾਰਮ ਦੇ ਵਿੱਚ ਆਪਾਂ ਇਹਨਾਂ ਨੂੰ ਯੂਜ਼ ਕਰਨਾ ਤਾਂ ਆਪਾਂ ਕਿੱਦਾਂ ਇਹਨਾਂ ਨੂੰ ਮੈਂਸ਼ਨ ਕਰਾਂਗੇ। ਹੁਣ ਦੇਖੋ ਆਈ ਕੈਨ ਰੀਡ ਮੈਂ ਪੜ੍ਹ ਸਕਦਾ ਹਾਂ। ਹੁਣ ਇਹਨੂੰ ਕੁਐਸਚਨ ਦੇ ਵਿੱਚ ਕੀ ਕਰਨਾ, ਆਪਾਂ ਜਿਹੜਾ ਕੈਨ ਆ ਉਹ ਸਭ ਤੋਂ ਅੱਗੇ ਆ ਜਾਣਾ, ਕੈਨ ਆਈ ਰੀਡ, ਪਿੱਛੇ ਕੀ ਆ ਗਿਆ, ਕੁਐਸਚਨ ਮਾਰਕ। ਹੁਣ ਅੱਗੇ ਕੈਨ ਆਈ ਕੈਨ ਸਟੱਡੀ, ਇਹਨੂੰ ਕੀ ਪੁੱਛਣਾ, ਕੈਨ ਆਈ ਸਟੱਡੀ ਕੁਐਸਚਨ ਮਾਰਕ। ਠੀਕ ਹੈ ਜੀ, ਇਹ ਪ੍ਰੋਪਰ ਵੇ ਹੁੰਦਾ ਜੀ ਕਿ ਇਹਨਾਂ ਨੂੰ ਆਪਾਂ ਕਿੱਦਾਂ ਕਿਸੇ ਦੇ ਵਿੱਚ ਕੁਐਸਚਨ ਮਾਰਕ ਆਪਾਂ ਕੁਐਸਚਨ ਪੁੱਟ ਆਊਟ ਕਰਨਾ, ਕਿਸੇ ਦਾ ਕੁਐਸਚਨ ਆਪਾਂ ਕਿੱਦਾਂ ਪੁੱਛ ਸਕਦੇ ਹਾਂਗੇ। ਹੁਣ ਹੀ ਕੈਨ ਸਟੱਡੀ, ਕੈਨ ਹੀ ਸਟੱਡੀ ਇਹ ਆ ਗਿਆ। ਯੂ ਕੈਨ ਸਟੱਡੀ, ਕੈਨ ਯੂ ਸਟੱਡੀ, ਫਿਰ ਕੁਐਸਚਨ ਮਾਰਕ। ਇਹ ਬੱਚੇ ਧਿਆਨ ਚ ਰੱਖਣਾਗਾ, ਜਿਹੜੇ ਆਪਣੇ ਇਹ ਹੁੰਦੇ ਨੇਗੇ ਇਹਨਾਂ ਦੇ ਵਿੱਚ ਪੋਜ਼ਿਟਿਵ ਦੇ ਵਿੱਚ ਇਕੱਲਾ ਇੱਕ ਜਿਹੜਾ ਆਪਣਾ ਪ੍ਰੋਨਾਊਨ ਦੈਨ ਆਪਣਾ ਕੈਨ ਦੈਨ ਵਰਬ ਦੀ ਫਰਸਟ ਫਾਰਮ, ਇਹਦੇ ਵਿੱਚ ਜਿੱਥੇ ਨੈਗੇਟਿਵ ਬੋਲਣਾ ਉੱਥੇ ਕੈਨ ਨਾਟ, ਜਿੱਥੇ ਆਪਾਂ ਇੰਟਰੋਗੇਟਿਵ ਬਣਾਉਣਾ ਕੈਨ ਅੱਗੇ ਦੈਨ ਆਪਣਾ ਕੋਈ ਜਿਹਨੂੰ ਆਪਾਂ ਕਹਿ ਰਹੇ ਹਾਂਗੇ ਦੈਨ ਵਰਬ ਦੀ ਫਰਸਟ ਫਾਰਮ ਜਿਹੜੀ ਉਹ ਨਾਲ ਇਹਦੇ ਲੱਗ ਜੂਗੀ। ਹੁਣ ਇਸੇ ਤਰ੍ਹਾਂ ਆਪਣੇ ਕੋਲ ਲਾ ਲਓ ਵੀ ਆਪਾਂ ਕੁੱਡ ਦੇ ਉੱਪਰ ਸੈਂਟੈਂਸ ਬਣਾਉਣੇ ਹੈਗੇ। ਹੁਣ ਵਰਡ ਲਾ ਲਓ ਕੁੱਡ, ਕੁੱਡ ਦੇ ਉੱਪਰ ਕੀ ਆ ਜਾਊਗਾ, ਸੇਮ ਉਹੀ ਹੈ। ਕੁੱਡ ਦਾ ਮੀਨਿੰਗ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਵੀ ਕਰ ਸਕਦਾ ਸੀ, ਆਈ ਕੁੱਡ ਲਾ ਲਓ, ਕੁੱਡ ਗੋ ਕਿਤੇ ਵੀ ਲਾ ਲਓ, ਆਈ ਕੁੱਡ ਗੋ ਮੈਂ ਉੱਥੇ ਜਾ ਸਕਦਾ ਸੀ, ਆਈ ਕੁੱਡ ਗੋ। ਠੀਕ ਹੈ, ਆਈ ਕੁੱਡ ਰੀਡ, ਆਈ ਕੁੱਡ ਪਲੇ। ਇਹ ਤਿੰਨ ਸੈਂਟੈਂਸ ਲਾ ਲਓ ਜਿਹੜੇ ਕਿ ਆਪਾਂ ਇਹਨਾਂ 'ਚ ਲਾ ਲਿਆ ਕਿ ਇਹਨਾਂ ਨੂੰ ਆਪਾਂ ਕੁੱਡ ਲਾ ਕੇ ਵੀ ਮੈਂ ਸ਼ਾਇਦ ਪਾਸਟ ਦੇ ਵਿੱਚ ਕਰ ਸਕਦਾ ਸੀ। ਹੁਣ ਇਸ ਦਾ ਨੈਗੇਟਿਵ ਕੀ ਬਣ ਜੂਗਾ, ਨੈਗੇਟਿਵ ਧਿਆਨ ਨਾਲ ਦੇਖਿਓ, ਆਈ ਕੁੱਡ ਨਾਟ ਗੋ। ਠੀਕ ਹੈ ਜੀ, ਨੈਕਸਟ ਕੀ ਬਣ ਜੂਗਾ, ਕੁੱਡ ਨਾਟ ਰੀਡ, ਆਈ ਕੁੱਡ ਨਾਟ ਰੀਡ। ਥਰਡ ਕੀ ਬਣ ਜੂਗਾ, ਆਈ ਕੁੱਡ ਨਾਟ ਪਲੇ ਵੀ ਮੈਂ ਨਹੀਂ ਖੇਡ ਸਕਦਾ। ਠੀਕ ਹੈ ਜੀ, ਹੁਣ ਇਹੀ ਸੇਮ ਵਰਡਸ ਜੇ ਆਪਾਂ ਕੁਐਸਚਨ ਮਾਰਕ ਦੇ ਵਿੱਚ ਕਰਨੇ ਤਾਂ ਕੀ ਆ ਜਾਊਗਾ, ਕੁੱਡ ਨੂੰ ਜਿਹੜਾ ਪਹਿਲਾਂ ਲੈ ਆਓ, ਕੁੱਡ ਆਈ ਗੋ। ਦੂਜੇ 'ਚ ਕੀ ਆ ਜਾਊਗਾ, ਕੁੱਡ ਆਈ ਰੀਡ। ਫਿਰ ਕੀ ਆ ਜਾਊਗਾ, ਕੁੱਡ ਆਈ ਪਲੇ। ਇਹ ਤਿੰਨ ਵਰਡਸ ਹੋ ਗਏ ਰਾਜੇ ਕੁੱਡ ਦੇ। ਇਹਨਾਂ ਨੂੰ ਆਪਾਂ ਕੁੱਡ ਲਾ ਕੇ ਕੀ ਯੂਜ਼ ਕਰ ਸਕਦੇ ਹਾਂ, ਕੁੱਡ ਦਾ ਮਤਲਬ ਕੀ, ਮੈਂ ਕਰ ਸਕਦਾ ਸੀ, ਆਈ ਕੁੱਡ ਗੋ ਮੈਂ ਸ਼ਾਇਦ ਜਾ ਸਕਦਾ, ਮੈਂ ਜਾ ਸਕਦਾ ਸੀਗਾ। ਸੋ ਇਹ ਵਰਡਸ ਕਿਹੜੇ ਹੋ ਗਏ ਰਾਜੇ ਜਿਹਨਾਂ ਨੂੰ ਆਪਾਂ ਕੁੱਡ ਲਾ ਕੇ ਯੂਜ਼ ਕਰ ਸਕਦੇ ਹਾਂਗੇ, ਕੁੱਡ ਵਾਲੇ ਵਰਡ ਸੀਗੇ। ਹੁਣ ਦੇਖੋ ਕੈਨ ਤੇ ਕੁੱਡ ਹੋ ਗਿਆ। ਨੈਕਸਟ ਆਪਣੇ ਵਰਡ ਕਾਫੀ ਆਪਣੇ ਕੋਲੇ ਵਰਡ ਮੈਂ ਤੁਹਾਨੂੰ ਉੱਪਰ ਦਿਖਾਏ ਸੀਗੇ, ਕੈਨ ਕੁੱਡ ਮੇ। ਮੇ ਦਾ ਕੀ ਆ ਜਾਊਗਾ,
भी शायद, शायद का मीनिंग ਉਹਦਾ भी मैं शायद ये कर सकता ਸੀਗਾ। तो पहला ਆਪਾਂ शुड ਤੇ कर देंगे। शुड मतलब चाहिदा ਸੀਗਾ, ठीक है जी, मैनू वो चीज़ करनी चाहिदी सीगी। हुण देखो शुड इत्थे वर्ड अपना लगा लो, वर्ड इत्थे की आ गया अपने कोले, शुड आ गया। शुड के उपर आप इन्हां नूं कोई अपन जिहड़े सेंटेंस आ गए वो आप बनाने हैगे। हुण इन्हां नूं आपां किवें बना सकदे हां, कुड वाले वर्ड्स नूं किवें सेंटेंस बना सकदे इन्हां दे। देखो स्ट्रक्चर सेम फॉलो होगा राजे, उही वर्ब की पहली फॉर्म लगनी है, प्रनाउन लगना गा आई शुड गो। शुड का मीनिंग होंदा भी चाहिदा गा, आई शुड गो। आई शुड रीड, अगे आई शुड प्ले, ठीक है। हुण सेम आ जिन्हां नूं नैगेटिव बनाउणा की आ जाऊगा, आई शुड नॉट गो। इहदी आपां लेंथ छोटी कर लेंगे हैं। आई शुड गो, आई शुड नॉट गो। दैन आई शुड रीड, आई शुड रीड नूं होर आपां अगे की सेम वर्डिंग है राजे, आई शुड नॉट रीड, फिर उही। दैन इहदे च की आ जाऊगा आई शुड प्ले, आई शुड नॉट प्ले। हुण देखो ये भी पॉजिटिव नैगेटिव हो गए। हुण इन्हां दा की मीनिंग है, इहनूं आपां क्वेश्चन मार्क वाले किवें बना सकदे हांगे। उन्हां दे विच की आ जाऊगा शुड राजे, अगे आ जाऊगा शुड आई गो, फिर शुड आई प्ले। ये सेम नेगे, बस इन्हां दे विच आपां की करना गा कि जिहड़े क्वेश्चन मार्क नेगे उन्हां नूं अगे कर देना गा। क्वेश्चन मार्क दे विच शुड जिहड़ा आपां यूज करांगे, कोई भी अपना वर्ड यूज करांगे, उहनूं आपां अगे ले आउणा गा। अगे लियाउण दे मीनिंग राजे भी उहनूं क्वेश्चन मार्क उहदे पिछे लगाउणा कंपलसरी है। जदों तुसीं किसी नूं भी ये क्वेश्चन टाइप पुछोगे तां तुहानूं क्वेश्चन मार्क जिहड़ा लगाउणा गा वो की हैगा, कंपलसरी हो जांदा गा उत्थे। हुण देखो अगे की सीगा अपना वर्ड, आई माइट वाला सीगा, मे माइट मस्ट। ये तीन वर्ड्स आपां इकट्ठे ले लैंदे हैगे। देखो मे माइट मस्ट, ये तीन वर्ड आप इकट्ठे ले ले। मे का मीनिंग की होंदा सीगा शायद, माइट का मीनिंग की भी शायद ही मैं ये काम कर सकां। हुण इन्हां नूं किवें आपां रीफ्रेज कर सकदे हांगे, इन्हां दे विच देखो आई मे सेम आ, आई मे गो, आई माइट गो, आई मस्ट गो। ये तीन वर्ड्स हो गए जिहड़े आपां तिन्नां नूं इन्हां नूं ला के यूज कर ले। आई मे गो का मीनिंग की, मैं शायद जा सकदा सी। आई माइट गो, मैं शायद ही जा सकदा सी। आई मस्ट गो, मैं पक्का ही जांदा। आई मस्ट गो, पक्का जाना सी। हुण इन्हां दे विच जे इन्हां नूं आपां नैगेटिव दे विच की आ जाऊगा, आई मे नॉट गो, आई माइट नॉट गो, ठीक है जी, आई माइट नॉट गो। अगे आई मस्ट नॉट गो। ये तीन वर्ड्स आ गए। इन्होंने आप की कर लिया, ये जिहड़े सीगे मे माइट ते मस्ट यूज करके जिहड़े सीगे अपने ये तीन सेंटेंस आपां वो बना ले। हुण इन्हां दे विच की आ जाऊगा, जिन्हां आप इन्हां नूं क्वेश्चन मार्क बनाउणा गा। क्वेश्चन मतलब इंटरोगेटिव सेंटेंस बनाउण दे विच की आ जाऊगा, मे आई गो, शायद मैं जा सकदा। माइट आई गो, मैं शायद ही जा सकदा गा, ठीक है जी। हुण ये वर्ड्स नेगे जिन्हां आपां ये क्वेश्चन मार्क ला के आपां ये बना लिया। ये हुण मे माइट मस्ट दा मीनिंग क्लीयर होना चाहिए राजे। मे माइट मस्ट नूं आपां की कह दिंदे हैगे भी मैं आ काम कर सकदा सीगा, मैं आ काम करना सीगा। शायद ही भी माइट मे। सो इन्हां नूं ध्यान च रखना कि वर्ड दा मीनिंग की है, तुसीं किहड़ा वर्ड यूज करके उहनूं उत्थे उहदे उपर सेंटेंस आ जिहड़ा उहनूं बना रहे होंगे। सो ये मे गो वाला हो गया। देखो हुण जे आपां अगले उही सेंटेंस ते जांदे आ, सेंटेंस हो गया अपने शुड तक हो गया, नीड टू आ गया, हैव टू आ गया। सेम राजे इन्हां च आपां की कर सकदे हांगे। हुण देखो कोई नीड टू वाला वर्ड आ तुहाडे कोले, नीड टू ते तुसीं सेंटेंस बनाउणा की आ जाऊगा, आई नीड टू गो, ठीक है जी। अगे आ गया आई हैव टू गो, भी मैनू जाना ही पऊगा, आई हैव टू गो। हैव देखो आई हैव टू गो।
ਹੁਣ ਇਹਨਾਂ ਦੇ ਵਿੱਚ ਦੇਖੋ ਰਾਜੇ ਕੀ ਹੈਗਾ, ਇਹ ਆ ਗਏ ਨੀਡ ਟੂ, ਮਤਲਬ ਜ਼ਰੂਰਤ ਹੈ, ਹੈਵ ਟੂ ਪੈਂਦਾ ਹੈ, ਇਹ ਸਾਰੇ ਕੀ ਨੇਗੇ ਪ੍ਰੈਜ਼ੈਂਟ ਦੇ ਵਿੱਚ ਨੇਗੇ। ਨੀਡ ਟੂ ਵੀ ਆਪਣਾ ਵੀ ਮੈਨੂੰ ਜ਼ਰੂਰਤ ਆ ਉਹ ਚੀਜ਼ ਦੀ, ਆਈ ਨੀਡ ਟੂ ਗੋ, ਆਈ ਹੈਵ ਟੂ ਗੋ, ਇਹ ਦੋਨੇ ਆਪਣੇ ਕਿਹੜੇ ਨੇਗੇ ਪ੍ਰੈਜ਼ੈਂਟ ਦੇ ਵਿੱਚ ਯੂਜ਼ ਹੁੰਦੇ ਹੈਗੇ। ਸੋ ਇਹਨਾਂ 'ਚ ਕਦੇ ਵੀ ਕਨਫਿਊਜ਼ ਨਹੀਂ ਹੋਣਾ ਵੀ ਅਸੀਂ ਇਹਨੂੰ ਕਿੱਥੇ ਯੂਜ਼ ਕਰੀਏ ਕਿੱਥੇ ਨਾ ਕਰੀਏ। ਇਹਨਾਂ ਨੂੰ ਜਸਟ ਤੁਸੀਂ ਕੀ ਕਰਨਾਗਾ, ਪ੍ਰੋਪਰ ਉਹਨਾਂ ਦਾ ਮੀਨਿੰਗ ਸਮਝ ਕੇ ਜਿਹੜਾ ਆਪਣਾ ਸਟਰਕਚਰ ਹੈਗਾ, ਇਹ ਸਾਰਾ ਸਟਰਕਚਰ ਆ ਜਿਹੜਾ ਉਹ ਫੋਲੋ ਕਰਨਾਗਾ। ਹੁਣ ਆਪਣੇ ਵਰਡ ਨੇ ਰਾਜੇ ਡੇਅਰ ਟੂ, ਠੀਕ ਹੈ ਜੀ, ਡੇਅਰ ਟੂ ਵਰਡ ਹੈਗਾ। ਹੁਣ ਇਹਨੂੰ ਦੇਖਾਂਗੇ ਆਪਾਂ ਵੀ ਡੇਅਰ ਟੂ ਵਰਡ ਆ ਜਿਹੜਾ ਆਪਾਂ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂਗੇ। ਡੇਅਰ ਟੂ ਮਤਲਬ ਮੈਂ ਹਿੰਮਤ ਰੱਖਦਾ ਉਹ ਕੰਮ ਕਰਨ ਦੀ। ਕੀ ਕੰਮ ਕਰਨ ਦੀ ਹਿੰਮਤ ਰੱਖਦੇ ਹੋ? ਤੁਹਾਨੂੰ ਪਤਾ ਜੀ ਮੈਂ ਆਹ ਕੰਮ ਕਰਨਾਗਾ, ਮੇਰੇ 'ਚ ਇਹ ਹਿੰਮਤ ਹੈਗੀ ਆ ਵੀ ਮੈਂ ਇਹ ਕੰਮ ਨੂੰ ਕਰ ਸਕਦਾਗਾ। ਡੇਅਰ ਟੂ ਦਾ ਮਤਲਬ ਕੀ ਹਿੰਮਤ ਰੱਖਦਾਗਾ। ਹੁਣ ਦੇਖੋ ਡੇਅਰ ਟੂ, ਹੁਣ ਅੱਗੇ ਲਾ ਲਓ ਇਹਨਾਂ ਤੋਂ ਡੇਅਰ ਟੂ ਦਾ ਕੀ ਆ ਜਾਊਗਾ ਵੀ ਮੈਂ ਉਹ ਕੰਮ ਕਰ ਸਕਦਾਗਾ, ਹਿੰਮਤ ਆ ਮੇਰੇ 'ਚ। ਆਈ ਡੇਅਰ ਟੂ, ਡੇਅਰ ਟੂ ਰਾਜੇ ਹਮੇਸ਼ਾ ਲੱਗੂਗਾ ਹੀ ਲੱਗੂਗਾ। ਅੱਗੇ ਕੀ ਆ ਜਾਊਗਾ ਸਪੀਕ ਐਨੀ ਫੋਰਨ ਲੈਂਗੁਏਜ, ਕੋਈ ਵੀ ਲਾ ਲਓ, ਸਪੀਕ ਐਨੀ ਲੈਂਗੁਏਜ, ਆਈ ਡੇਅਰ ਟੂ ਸਪੀਕ ਐਨੀ ਲੈਂਗੁਏਜ। ਹੁਣ ਦੇਖੋ ਇੱਕ ਵਰਡ ਆ ਜਾਂਦਾ ਵਾਂਟ ਟੂ, ਵੀ ਮੈਨੂੰ ਚਾਹੀਦਾਗਾ, ਆਈ ਵਾਂਟ ਟੂ ਸਪੀਕ ਫੋਰਨ ਲੈਂਗੁਏਜ, ਵੀ ਮੈਨੂੰ ਫੋਰਨ ਲੈਂਗੁਏਜ ਆ ਜਿਹੜੀ ਉਹ ਸਿੱਖਣੀ, ਮੈਨੂੰ ਬੋਲਣੀ ਹੈਗੀ, ਮੈਨੂੰ ਜ਼ਰੂਰਤ ਆ, ਮੈਂ ਚਾਹਣਾਗਾ ਉਹ ਚੀਜ਼ ਕਰਨੀ। ਹੁਣ ਦੇਖੋ ਇਹ 'ਚ ਹੋਰ ਆਪਾਂ ਕੀ ਕਰ ਸਕਦੇ ਹਾਂ, ਵਾਂਟ ਟੂ ਵਾਲਾ ਹੋ ਗਿਆ ਟਰਾਈ ਟੂ, ਆਈ ਟਰਾਈ ਟੂ ਸਪੀਕ ਫੋਰਨ ਲੈਂਗੁਏਜ, ਵੀ ਮੈਂ ਉਹਨੂੰ ਬੋਲਣ ਦੀ ਟਰਾਈ ਕਰਦਾਗਾ, ਮੈਂ ਕੀ ਹੈਗਾ ਵੀ ਮੈਂ ਉਹਨੂੰ ਚੀਜ਼ ਨੂੰ ਬੋਲਣ ਦੀ ਟਰਾਈ ਕਰਦਾਗਾ, ਵੀ ਮੈਂ ਉਹਨੂੰ ਸਿੱਖਦਾਗਾ। ਠੀਕ ਹੈ ਜੀ। ਹੁਣ ਦੇਖੋ ਹੋਰ ਇਹਦੇ 'ਚ ਵਰਡ ਕੀ ਆ ਸਕਦੇ ਹੈਗੇ, ਆਈ ਹੈਵ ਟੂ, ਹੈਵ ਟੂ ਵੀ ਕਰਨਾ ਹੀ ਪੈਂਦਾ, ਉਹਨੂੰ ਵੀ ਯੂਜ਼ ਕਰ ਦਿੰਦਾ, ਆਈ ਹੈਵ ਟੂ ਸਪੀਕ ਫੋਰਨ ਲੈਂਗੁਏਜ, ਵੀ ਮੈਨੂੰ ਫੋਰਨ ਲੈਂਗੁਏਜ ਜਿਹੜੀ ਬੋਲਣੀ ਆ ਪੈਂਦੀ ਹੈਗੀ, ਆਈ ਹੈਵ ਟੂ ਸਪੀਕ ਫੋਰਨ ਲੈਂਗੁਏਜ। ਹੋਰ ਇਹਦੇ 'ਚ ਕੀ ਕਰ ਸਕਦੇ ਹੋਗੇ, ਆਈ ਵਾਂਟ ਟੂ ਹੋ ਗਿਆ, ਆਈ ਨੀਡ ਟੂ, ਆਈ ਨੀਡ ਟੂ ਵਰਡ ਰਹਿ ਗਿਆ ਆਪਣਾ, ਮੈਨੂੰ ਜ਼ਰੂਰਤ ਆ, ਆਈ ਨੀਡ ਟੂ ਸਪੀਕ ਫੋਰਨ ਲੈਂਗੁਏਜ। ਹੁਣ ਦੇਖੋ ਇਹ ਹੋ ਗਿਆ ਆਪਣਾ ਵੀ ਆਈ ਡੇਅਰ ਟੂ ਸਪੀਕ, ਆਈ ਵਾਂਟ ਟੂ ਸਪੀਕ, ਜਾਂ ਕੁਝ ਵੀ ਜਿਹੜਾ ਤੁਸੀਂ ਉਹਨੂੰ ਯੂਜ਼ ਕੀਤਾ ਉੱਥੇ, ਵੀ ਆਈ ਡੇਅਰ ਟੂ ਸਪੀਕ ਐਨੀ ਲੈਂਗੁਏਜ, ਮੈਂ ਹਿੰਮਤ ਰੱਖਦਾਗਾ, ਆਈ ਵਾਂਟ ਟੂ ਸਪੀਕ ਫੋਰਨ ਲੈਂਗੁਏਜ, ਮੈਂ ਚਾਹਣਾ ਕਿ ਮੈਂ ਫੋਰਨ ਲੈਂਗੁਏਜ ਬੋਲਾਂ, ਆਈ ਟਰਾਈ ਟੂ ਸਪੀਕ ਫੋਰਨ ਲੈਂਗੁਏਜ, ਮੈਂ ਉਹਨੂੰ ਬੋਲਣ ਦੀ ਟਰਾਈ ਕਰਦਾਗਾ, ਆਈ ਹੈਵ ਟੂ ਸਪੀਕ ਫੋਰਨ ਲੈਂਗੁਏਜ, ਮੈਨੂੰ ਬੋਲਣੀ ਹੀ ਪੈਂਦੀ ਆ, ਆਈ ਨੀਡ ਟੂ ਸਪੀਕ ਫੋਰਨ ਲੈਂਗੁਏਜ, ਵੀ ਮੈਨੂੰ ਜ਼ਰੂਰਤ ਆ ਉਹ ਚੀਜ਼ ਦੀ। ਹੁਣ ਦੇਖੋ ਸੇਮ ਆ ਗਏ। ਹੁਣ ਇਹਨਾਂ ਦੇ ਜੇ ਆਪਾਂ ਨੈਗੇਟਿਵ ਸੈਂਟੈਂਸ ਬਣਾਉਣੇ ਆ ਤਾਂ ਆਪਾਂ ਕੀ ਕਰਾਂਗੇ ਬੱਚੇ, ਉਹ 'ਚ ਕੀ ਆ ਜਾਊਗਾ ਡੂ ਨਾਟ ਵਰਡ ਲੱਗਣਾ, ਕਿਉਂਕਿ ਇਹ ਪ੍ਰੈਜ਼ੈਂਟ ਦੇ ਆ, ਆਈ ਡੂ ਨਾਟ ਡੇਅਰ ਟੂ ਸਪੀਕ ਫੋਰਨ ਲੈਂਗੁਏਜ। ਹੁਣ ਅਗਲਾ ਆ ਗਿਆ ਆਈ ਵਾਂਟ ਟੂ ਵਾਲਾ, ਇਹਦੇ 'ਚ ਫਿਰ ਡੂ ਨਾਟ, ਆਈ ਡੂ ਨਾਟ ਵਾਂਟ ਟੂ ਸਪੀਕ ਫੋਰਨ ਲੈਂਗੁਏਜ। ਦੇਖੋ ਆਪਾਂ ਸਾਰਿਆਂ 'ਚ ਡੂ ਨਾਟ ਲਾ ਰਹੇ ਹੈਗੇ। ਹੁਣ ਟਰਾਈ ਵਾਲਾ ਚੱਕ ਲਓ, ਆਈ ਡੂ ਨਾਟ ਟਰਾਈ ਟੂ ਸਪੀਕ ਫੋਰਨ ਲੈਂਗੁਏਜ। ਦੇਖੋ ਸਾਰਿਆਂ ਦੇ ਅੱਗੇ ਆਪਾਂ ਡੂ ਨਾਟ ਲਾ ਰਹੇ ਹਾਂ, ਅੱਗੇ ਕੀ ਆ ਜਾਊਗਾ, ਆਈ ਡੂ ਨਾਟ ਹੈਵ ਟੂ ਸਪੀਕ ਫੋਰਨ ਲੈਂਗੁਏਜ, ਆਈ ਡੂ ਨਾਟ ਹੈਵ ਟੂ, ਮੈਨੂੰ ਨਹੀਂ ਜ਼ਰੂਰਤ ਹੈਗੀ। ਠੀਕ ਹੈ ਜੀ। ਇਹ ਸਾਰੇ ਬੱਚੇ ਜਿੱਥੇ ਆਪਾਂ ਇਹਨਾਂ ਨੂੰ ਡੂ ਨਾਟ ਲਾ ਕੇ ਜਿਹੜੇ ਵਰਡ ਨੇਗੇ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਆਪਾਂ ਨੈਗੇਟਿਵ ਦੇ ਵਿੱਚ ਬਣਾ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਹਮੇਸ਼ਾ ਕੀ ਲੱਗਣਾਗਾ, ਡੂ ਨਾਟ ਲੱਗਣਾ, ਕਿਉਂਕਿ ਉਹ ਪ੍ਰੈਜ਼ੈਂਟ ਦੇ ਸੈਂਟੈਂਸ ਨੇਗੇ। ਹੁਣ ਜੇ ਇਹਨਾਂ ਨੂੰ ਹੀ ਆਪਾਂ ਇੰਟਰੋਗੇਟਿਵ, ਮੰਨ ਲਓ ਤੁਸੀਂ ਕੁਐਸਚਨ ਪੁੱਟ ਆਊਟ ਕਰਨਾ ਕਿਸੇ ਨੂੰ, ਸੇਮ ਬੋਲਣਾ ਸੇਮ ਆਗਾ ਬਟ ਤੁਸੀਂ ਕੁਐਸਚਨ ਦੀ ਫਾਰਮ 'ਚ ਬੋਲਣਾਗਾ, ਉਹਦੇ 'ਚ ਕੀ ਆਊਗਾ, ਡੂ ਆਈ ਡੇਅਰ ਟੂ ਸਪੀਕ ਫੋਰਨ ਲੈਂਗੁਏਜ, ਕੀ ਮੈਂ ਫੋਰਨ ਲੈਂਗੁਏਜ ਬੋਲਣ ਦੀ ਹਿੰਮਤ ਰੱਖਦਾਗਾ। ਹੋਰ ਕੀ ਆ ਜਾਊਗਾ, ਡੂ ਆਈ ਵਾਂਟ ਟੂ ਸਪੀਕ, ਵਾਂਟ ਟੂ ਸਪੀਕ ਫੋਰਨ ਲੈਂਗੁਏਜ, ਵੀ ਕੀ ਮੈਂ ਚਾਹਣਾਗਾ ਮੈਂ ਫੋਰਨ ਲੈਂਗੁਏਜ ਬੋਲਾਂ ਅੱਗੇ। ਡੂ ਆਈ ਨੀਡ ਟੂ ਸਪੀਕ ਫੋਰਨ ਲੈਂਗੁਏਜ, ਵੀ ਕੀ ਮੈਨੂੰ ਜ਼ਰੂਰਤ ਹੈਗੀ ਆ ਉਹਦੀ। ਠੀਕ ਹੈ ਜੀ।
ਇਹਨਾਂ ਦੇ ਵਿੱਚ ਬੋਲ ਸਕਦੇ ਹੋ ਰਾਜੇ ਕਿ ਇਹਨਾਂ ਨੂੰ ਡੂ ਆਈ ਡੂ ਸੀਗਾ, ਉਧਰ ਦੇਖੋ ਸੈਂਟੈਂਸ ਆਪਣੇ ਪੋਜ਼ਿਟਿਵ ਸੀਗੇ, ਆਈ ਡੂ ਨਾਟ ਡੇਅਰ, ਆਈ ਟਰਾਈ ਟੂ। ਹੁਣ ਇਹਨਾਂ ਦੇ ਵਿੱਚ ਜਦੋਂ ਆਪਾਂ ਨੈਗੇਟਿਵ ਬਣਾਤਾ, ਆਈ ਡੂ ਨਾਟ ਡੇਅਰ ਟੂ ਸਪੀਕ ਫੋਰਨ ਲੈਂਗੁਏਜ। ਹੁਣ ਇਹਨੂੰ ਜਦੋਂ ਕੁਐਸਚਨ ਮਾਰਕ ਦੇ ਵਿੱਚ ਰਾਜੇ ਇੰਟਰੋਗੇਟਿਵ ਸੈਂਟੈਂਸ ਬਣਾਉਣਾ ਤਾਂ ਡੂ ਆ ਜਿਹੜਾ ਆਪਣਾ ਉਹ ਸੈਂਟੈਂਸ ਦੇ ਸਟਾਰਟਿੰਗ ਵਰਡ ਬਣ ਜਾਊਗਾ। ਉਹਨੂੰ ਆਪਾਂ ਕੀ ਲਾ ਦਾਂਗੇ, ਡੂ ਆਈ ਡੇਅਰ ਟੂ ਸਪੀਕ, ਡੂ ਆਈ ਵਾਂਟ ਟੂ। ਸੋ ਇਹ ਸਾਰੇ ਜਿਹੜੇ ਵਰਡਸ ਨੇਗੇ ਇਹਨਾਂ ਨੂੰ ਨਾਲ ਲਾ ਕੇ ਆਪਾਂ ਲਾ ਸਕਦੇ ਹਾਂਗੇ, ਠੀਕ ਹੈ ਜੀ। ਹੁਣ ਲਾ ਲਓ ਇਹਦੇ ਚ ਤੁਸੀਂ ਮੰਨ ਲਓ ਇੱਕ ਵਰਡ ਆਉਂਦਾ ਹੁੰਦਾਗਾ ਫੌਂਡ ਆਫ, ਫੌਂਡ ਆਫ ਵਰਡ ਆਉਂਦਾ ਰਾਜੇ। ਫੌਂਡ ਆਫ ਕੀ ਹੁੰਦਾ ਵੀ ਸਭ ਮੈਨੂੰ ਆਦਤ ਆ। ਇਹਦਾ ਸਟਰਕਚਰ ਕੀ ਹੋਊਗਾ ਰਾਜੇ, ਆਈ ਐਮ ਫੌਂਡ ਆਫ, ਵਰਬ ਦੀ ਪਹਿਲੀ ਫਾਰਮ ਨਾਲ ਉਹਦੇ ਪਲੱਸ ਕੀ ਲੱਗ ਜੂਗਾ, ਆਈ ਐਨ ਜੀ। ਜਿੱਥੇ ਆਪਾਂ ਫੌਂਡ ਆਫ ਵਾਲੇ ਇਹ ਯੂਜ਼ ਕਰਨੇ ਆ। ਸਿਕ ਆਫ, ਫੌਂਡ ਆਫ ਇੱਕ ਵਰਡ ਆ ਗਿਆ, ਇੱਕ ਇਹਦੇ ਨਾਲ ਕੀ ਆ ਗਿਆ, ਸਿਕ ਆਫ। ਸਿਕ ਆਫ ਮਤਲਬ ਕਿ ਮੈਂ ਹੁਣ ਥੱਕ ਚੁੱਕਿਆ ਉਹ ਚੀਜ਼ ਤੋਂ, ਠੀਕ ਹੈ ਜੀ। ਹੁਣ ਇਹਨਾਂ ਨੂੰ ਦੇਖੋ ਰਾਜੇ, ਫੌਂਡ ਆਫ ਤੇ ਸਿਕ ਆਫ। ਹੁਣ ਇਹਦੇ ਚ ਕੀ ਸਟਰਕਚਰ ਕੀ ਹੈ ਇਹਦਾ, ਵੀ ਆਈ ਐਮ ਫੌਂਡ ਆਫ ਕੁਕਿੰਗ, ਆਈ ਐਮ ਫੌਂਡ ਆਫ ਪਲੇਇੰਗ, ਜਾਂ ਆਈ ਐਮ ਫੌਂਡ ਆਫ ਜੋ ਵੀ ਤੁਸੀਂ ਬੋਲਣਾ ਚਾਹੁੰਦੇ ਹੋਗੇ। ਹੁਣ ਲਾ ਲਓ ਅਕੋਰਡਿੰਗ ਟੂ ਲਾ ਲਓ ਆਈ ਐਮ, ਜਸਟ ਵੇਟ ਕਰਿਓ ਇੱਕ ਮਿੰਟ। ਆਈ ਐਮ ਇਹਦੇ ਚ ਲਾਉਣਾ ਆਪਾਂ ਕੀ ਬੋਲਣਾਗਾ, ਵੀ ਤੁਸੀਂ ਚਾਹੁੰਦੇ ਹੋ ਆਈ ਐਮ ਫੌਂਡ ਆਫ ਸਿੰਗ ਲਾ ਲਓ। ਸਿੰਗ ਕੀ ਆ ਗਈ ਆਪਣੀ, ਵਰਬ ਦੀ ਪਹਿਲੀ ਫਾਰਮ। ਦੇਖੋ ਇਹਦੇ ਚ ਕੀ ਲੱਗੂਗਾ, ਵਰਬ ਦੀ ਪਹਿਲੀ ਫਾਰਮ ਪਲੱਸ ਉਹਦੇ ਨਾਲ ਕੀ ਲਾ ਦੇਣਾ, ਆਈ ਐਨ ਜੀ, ਵੀ ਆਈ ਐਮ ਫੌਂਡ ਆਫ ਸਿੰਗਿੰਗ, ਵੀ ਮੈਨੂੰ ਸਿੰਗਿੰਗ ਦੀ ਆਦਤ ਆ, ਮੈਨੂੰ ਬਹੁਤ ਜ਼ਿਆਦਾ ਅਟਰੈਕਟਡ ਆ ਮੈਂ ਉਹਦੇ ਵਰਡ, ਬਹੁਤ ਜ਼ਿਆਦਾ ਐਡਿਕਟਡ ਆ, ਠੀਕ ਹੈ ਜੀ। ਹੋਰ ਉਹਦੇ ਚ ਕੀ ਹੈ ਅੱਗੇ, ਹੋਰ ਕੀ ਬੋਲ ਸਕਦੇ ਹੋਗੇ, ਸੇਮ ਸਿਕ ਆਫ ਲਾ ਲਓ। ਸਿਕ ਆਫ ਕਿ ਮੈਂ ਥੱਕ ਚੁੱਕਿਆ, ਉਹਦੇ ਚ ਕੀ ਆ ਜਾਊਗਾ, ਆਈ ਐਮ ਸਿਕ ਆਫ ਰੀਡਿੰਗ। ਹੁਣ ਵੀ ਮੈਂ ਰੀਡਿੰਗ ਕਰਕੇ ਬਹੁਤ ਅੱਕ ਚੁੱਕਿਆ ਗਾ, ਵੀ ਮੈਂ ਉਹਨੂੰ ਨਹੀਂ ਕਰਨਾ ਚਾਹੁੰਦਾ, ਠੀਕ ਹੈ ਜੀ। ਹੁਣ ਦੇਖੋ ਇਹ ਹੋ ਗਏ ਆਪਣੇ, ਇਹਦੇ ਚ ਆਪਣਾ ਹੋਰ ਦੋ ਸੈਂਟੈਂਸ ਲਿਖਣਾ, ਆਈ ਐਮ ਫੌਂਡ ਆਫ ਪਲੇਇੰਗ, ਵਰਬ ਦੀ ਪਹਿਲੀ ਫਾਰਮ ਪਲੱਸ ਆਈ ਐਨ ਜੀ, ਆਈ ਐਮ ਸਿਕ ਆਫ ਪਲੇਇੰਗ। ਇਹ ਵਰਡ ਆ ਗਏ ਰਾਜੇ। ਹੁਣ ਇਹਨਾਂ ਨੂੰ ਨੈਗੇਟਿਵ ਲਗਾਉਣਾਗਾ ਤਾਂ ਇਹਨਾਂ ਚ ਕੀ ਆ ਜਾਊਗਾ, ਆਈ ਐਮ ਨਾਟ ਫੌਂਡ ਆਫ ਸਿੰਗਿੰਗ। ਇਹਨਾਂ ਦੀ ਇੱਥੇ ਨੈਗੇਟਿਵ ਕੀ ਆ ਜਾਊਗਾ, ਆਈ ਐਮ ਨਾਟ ਫੌਂਡ ਆਫ ਸਿੰਗਿੰਗ, ਵੀ ਮੈਨੂੰ ਆਦਤ ਨਹੀਂ ਹੈਗੀ ਉਹਦੀ, ਠੀਕ ਹੈ ਜੀ। ਆਈ ਐਮ ਨਾਟ ਸਿਕ ਆਫ ਰੀਡਿੰਗ, ਮੈਂ ਰੀਡਿੰਗ ਪੜ੍ਹ ਕੇ ਨਹੀਂ ਥੱਕਿਆ ਹਾਂ, ਠੀਕ ਹੈ ਜੀ। ਇਹ ਆਪਣੇ ਕਿਹੜੇ ਵਰਡ ਹੋ ਗਏ ਰਾਜੇ, ਜਿਹੜੇ ਮੈਂ ਤੁਹਾਨੂੰ ਦੱਸੇ ਸੀਗੇ ਕਿ ਆਪਣੇ ਨੈਗੇਟਿਵ ਵਰਡ, ਜਿਨ੍ਹਾਂ 'ਚ ਆਪਾਂ ਨਾਟ ਲਾਤਾ, ਕੱਲਾ ਸਟਰਕਚਰ ਸਾਰਾ ਸੇਮ ਰਿਹਾ, ਬਸ ਆਪਾਂ ਕੀ ਕਰਿਆ, ਜਸਟ ਨਾਟ ਲਾਤਾ, ਠੀਕ ਹੈ ਜੀ। ਹੁਣ ਇੱਕ ਵਰਡ ਆਉਂਦਾ ਹੁੰਦਾ ਰਾਜੇ ਆਪਣਾ ਯੂਜ਼ਡ ਟੂ। ਯੂਜ਼ਡ ਟੂ ਦਾ ਮੀਨਿੰਗ ਹੁੰਦਾ ਰਾਜੇ ਜਿਹੜਾ ਪਾਸਟ ਦੇ ਵਿੱਚ ਤੁਸੀਂ ਕੋਈ ਕੰਮ ਕੀਤਾ ਹੋਵੇ। ਯੂਜ਼ਡ ਟੂ ਹਮੇਸ਼ਾ ਪਾਸਟ ਦੇ ਲਈ ਯੂਜ਼ ਹੁੰਦਾਗਾ। ਹੁਣ ਇਹ 'ਚ ਤੁਸੀਂ ਲਾ ਲਓ ਕੋਈ ਵੀ ਵਰਡ ਯੂਜ਼ ਕਰ ਲਓ, ਆਈ ਯੂਜ਼ਡ ਟੂ ਸਟੱਡੀ ਇਨ ਕਾਲਜ, ਵੀ ਮੈਂ ਕਾਲਜ ਦੇ ਵਿੱਚ ਪੜ੍ਹਿਆ ਕਰਦਾ ਸੀ, ਮੈਂ ਉਹ ਕੰਮ ਕਰਿਆ ਕਰਦਾ ਸੀਗਾ, ਠੀਕ ਹੈ ਜੀ। ਹੋਰ ਕੀ ਆ ਜਾਊਗਾ, ਆਈ ਯੂਜ਼ਡ ਟੂ, ਕੋਈ ਵੀ ਸੈਂਟੈਂਸ ਯੂਜ਼ ਕਰ ਲਓ, ਆਈ ਯੂਜ਼ਡ ਟੂ ਗੋ ਫॉर ਪਿਕਨਿਕਸ, ਮੈਂ ਪਿਕਨਿਕਸ ਤੇ ਜਾਇਆ ਕਰਦਾ ਸੀਗਾ। ਹੋਰ ਕੋਈ ਸੈਂਟੈਂਸ ਬਣਾ ਲਓ, ਕੋਈ ਵੀ ਤੁਸੀਂ ਚਾਹੁੰਦੇ ਹੋ, ਤੇ ਕੋਈ ਵੀ ਸੈਂਟੈਂਸ ਤੁਸੀਂ ਆਪਦੇ ਅਕੋਰਡਿੰਗ ਬਣਾਉਣਾ ਚਾਹੁੰਦੇ ਹੋ, ਬਸ ਸਟਰਕਚਰ ਉਹਦਾ ਸੇਮ ਰੱਖਣਾ। ਬੱਚੇ ਕਰਨਾ ਕੀ ਹੈ, ਜਸਟ ਉਹਦਾ ਆਪਾਂ ਵਰਡ ਨੂੰ ਜਿਹੜਾ ਪ੍ਰੋਪਰ ਮੀਨਿੰਗ ਦੇ ਵਿੱਚ ਉਹਨੂੰ ਲਾਉਣਾਗਾ। ਆਈ ਯੂਜ਼ਡ ਟੂ, ਇਹ ਹਮੇਸ਼ਾ ਅੱਗੇ ਲੱਗਦਾ ਹੁੰਦਾ, ਆਈ ਯੂਜ਼ਡ ਟੂ ਸਟੱਡੀ ਇਨ ਕਾਲਜ, ਆਈ ਯੂਜ਼ਡ ਟੂ ਗੋ ਫॉर ਪਿਕਨਿਕਸ। ਹੁਣ ਇਹਦੇ ਚ ਕੀ ਲਾ ਲਓਗੇ, ਜਿਹਨੂੰ ਨੈਗੇਟਿਵ ਬਣਾਉਣਾ ਤਾਂ ਇੱਥੇ ਕੀ ਆ ਜਾਊਗਾ, ਆਈ, ਉਹਨੂੰ ਨੋਟ ਲਾ ਕੇ ਆਪਾਂ ਜਿਹੜਾ ਸੈਂਟੈਂਸ ਆ ਉਹਨੂੰ ਇੱਥੇ ਬਣਾ ਦਾਂਗੇ, ਠੀਕ ਹੈ ਜੀ। ਸੋ ਇਹ ਬੱਚੇ ਦੇਖੋ ਆਪਣੀਆਂ ਸਲਾਈਡਸ, ਕਿੰਨੀਆਂ ਸਲਾਈਡਸ ਕਰੀਆਂ ਨੇ ਆਪਾਂ, ਸਾਰੀਆਂ ਆਪਣੀਆਂ ਸਲਾਈਡਸ ਕਾਹਤੇ ਸੀਗੀਆਂ। ਪਹਿਲਾਂ ਆਪਾਂ ਉਹਨਾਂ ਦਾ ਸਟਰਕਚਰ ਦੇਖਿਆ, ਸਟਰਕਚਰ ਤੋਂ ਬਾਅਦ ਆਪਾਂ ਵਰਡਸ ਪੜ੍ਹੇ ਹੈਗੇ, ਵਰਡ ਪੜ੍ਹਨ ਤੋਂ ਬਾਅਦ ਆਪਾਂ ਉਹਦਾ ਕੈਨ ਦੇ ਵਰਡ ਬਣਾਏ, ਦੈਨ ਆਪਾਂ ਕੁੱਡ ਦੇ ਵਰਡ ਯੂਜ਼ ਕੀਤੇ, ਦੈਨ ਫਿਰ ਆਪਾਂ ਸ਼ੁੱਡ ਦੇ ਉੱਪਰ ਵਰਡਸ ਬਣਾਏ, ਜਿਹੜੇ ਸ਼ੁੱਡ ਦੇ ਉੱਪਰ ਆਪਣੇ ਵਰਡਸ ਬਣੇ ਹੈਗੇ। ਦੈਨ ਆਪਾਂ ਕੀ ਕਰਿਆ, ਮਾਈਟ ਦੇ ਉੱਪਰ, ਸ਼ੁੱਡ ਦੇ ਉੱਪਰ ਜਿਹੜੇ ਅਲੱਗ-ਅਲੱਗ ਮੀਨਿੰਗ ਦੇ ਵਰਡ ਸੀਗੇ ਉਹਨਾਂ ਉੱਪਰ ਆਪਾਂ ਸਾਰੇ ਜਿਹੜੇ ਸੈਂਟੈਂਸ ਨੇ ਉਹਨਾਂ ਨੂੰ ਬਣਾਇਆ। ਸਿੱਖਿਆ ਕੀ ਆਪਾਂ, ਕਿ ਕਿਵੇਂ ਆਪਾਂ ਕਿਸੇ ਸੈਂਟੈਂਸ ਨੂੰ ਪੋਜ਼ਿਟਿਵ ਵੇ ਦੇ ਵਿੱਚ ਬਣਾਉਣਾਗਾ, ਕਿਵੇਂ ਆਪਾਂ ਕਿਸੇ ਸੈਂਟੈਂਸ ਨੂੰ ਨੈਗੇਟਿਵ ਬਣਾਉਣਾਗਾ, ਤਾਂ ਕਿਵੇਂ ਆਪਾਂ ਕਿਸੇ ਸੈਂਟੈਂਸ ਨੂੰ ਕੁਐਸਚਨ ਦੀ ਫਾਰਮ ਦੇ ਵਿੱਚ ਬਣਾਉਣਾਗਾ।
ਸੋ ਇਹ ਵੀਡੀਓ ਨੂੰ ਰਾਜੇ ਪ੍ਰੋਪਰ ਵੇ ਦੇ ਨਾਲ ਐਕਸਪਲੇਨੇਸ਼ਨ ਕੀਤੀ ਗਈ, ਇਹਨੂੰ ਪ੍ਰੋਪਰ ਵੇ ਦੇ ਨਾਲ ਤੁਸੀਂ ਪੜ੍ਹਿਓ ਐਂਡ ਆਈ ਐਮ ਸ਼ੋਰ ਕਿ ਤੁਹਾਨੂੰ ਅੱਜ ਤੋਂ ਬਾਅਦ ਸੈਂਟੈਂਸ ਮੇਕਿੰਗ ਦੇ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਆਊਗੀ। ਬਸ ਜਸਟ ਆਪਾਂ ਸਟਰਕਚਰ ਫੋਲੋ ਕਰਨਾ ਹੈਗਾ, ਵਰਡਸ ਦਾ ਮੀਨਿੰਗ ਦੇਖਣਾ ਵੀ ਕੀ ਵਰਡ ਆ ਤਾਂ ਕਿੱਥੇ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂਗੇ। ਸੋ ਇਹ ਵੀਡੀਓ ਸਾਰੇ ਧਿਆਨ ਨਾਲ ਦੇਖਿਓ ਕਿਉਂਕਿ ਇਹਦੇ ਵਿੱਚ ਤੁਹਾਡੇ ਆਲਮੋਸਟ ਗ੍ਰਾਮਰ ਦੇ ਜਿਹੜੇ ਤੁਹਾਡੇ ਡਾਊਟਸ ਨੇ ਵੀ ਕਿ ਅਸੀਂ ਪਾਸਟ ਚ ਲਾਈਏ ਪ੍ਰੈਜ਼ੈਂਟ ਚ ਲਾਈਏ, ਉਹ ਤੁਹਾਡੇ ਸਾਰੇ ਡਾਊਟਸ ਨੇ ਜਿਹੜੇ ਉਹ ਕਲੀਅਰ ਹੋ ਜਾਣਗੇ। ਸੋ ਇਹ ਸਾਰੀ ਵੀਡੀਓ ਨੂੰ ਪ੍ਰੋਪਰ ਵੇ ਦੇ ਨਾਲ ਐਕਸਪਲੇਨ ਕੀਤਾ ਗਿਆ ਤੇ ਇਹਨੂੰ ਪ੍ਰੋਪਰ ਵੇ ਦੇ ਨਾਲ ਤੁਸੀਂ ਅੰਡਰਸਟੈਂਡ ਕਰ ਲਿਓ। ਥੈਂਕ ਯੂ।